ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਜਿਹੋ ਜਿਹਾ ਮਾਹੌਲ ਇੱਕ ਵਾਰੀ ਫੇਰ ਬਣਦਾ ਤੁਰਿਆ ਜਾ ਰਿਹਾ, ਉਹਦੇ ਤੋਂ ਕਿਤੇ ਨਾ ਕਿਤੇ ਪੰਜਾਬੀ ਫਿਕਰਮੰਦ ਨੇ, ਕਿਉਂਕਿ ਇਹ ਸਿਆਸੀ ਖਲਜਗਨ ਇਹਨੇ ਹੀ ਪੰਜਾਬ ਦੀ ਅੱਗੋਂ ਦੀ ਦਿਸ਼ਾ ਤੈਅ ਕਰਨੀ ਹੈ ਕਿ ਅੱਗੋਂ ਕੀ ਹੋਊਗਾ। ਪਿਛਲੇ ਸਮੇਂ ਦੇ ਦੌਰਾਨ ਜੋ ਮੁਲਕ ਆਜ਼ਾਦ ਹੋਇਆ, ਉਸ ਤੋਂ ਬਾਅਦ ਚੰਦ ਪਰਿਵਾਰਾਂ ਦਾ ਕਬਜ਼ਾ ਸਿਆਸਤ ਦੇ ਉੱਤੇ ਰਿਹਾ ਤੇ ਉਹ ਇਸ ਕਬਜ਼ੇ ਨੂੰ ਬਣਾਈ ਰੱਖਣ ਦੇ ਵਾਸਤੇ ਹਰ ਸੰਭਵ ਅਸੰਭਵ ਯਤਨ ਕਰਦੇ ਰਹੇ। ਦੇਖਿਆ ਜਾਵੇ ਤਾਂ ਉਹੀ ਨਾਮ ਆਪਾਂ ਸਾਰੇ ਸੁਣ ਰਹੇ ਹਾਂ ਪਿਛਲੇ ਵਰ੍ਹਿਆਂ ਤੋਂ। ਪੰਜਾਬ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਦੇ ਵੇਲੇ ਕਿੱਡਾ ਹੁੰਦਾ ਸੀ ਤੇ ਉਹ ਕਿਸ ਤਰੀਕੇ ਦੇ ਨਾਲ ਚੱਲਦਾ ਸੀ, ਉਹ ਸਭ ਨੂੰ ਪਤਾ ਹੈ। ਘਰ ਉਹ ਪੁਰਾਣੀਆਂ ਗੱਲਾਂ ਹੁੰਦੀਆਂ ਜਾਂ ਉਹ ਵੇਲਾ ਹੋਰ ਸੀ। ਉਸ ਤੋਂ ਬਾਅਦ 1966 ਤੋਂ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਜਦੋਂ ਪੰਜਾਬੀ ਸੂਬਾ ਬਣ ਗਿਆ, ਉਹਦੇ ਅਹਿਮ ਪਾਰਟ ਲਾਂਭੇ ਕਰ ਦਿੱਤੇ ਗਏ। ਹਰਿਆਣਾ ਸਾਈਡ ਤੇ ਹੋ ਗਿਆ, ਹਿਮਾਚਲ ਉਦੋਂ ਪਹਿਲਾਂ ਵੱਖਰਾ ਹੋ ਗਿਆ ਹੋਇਆ ਸੀ ਤੇ ਪੰਜਾਬ ਦੀ ਰਾਜਧਾਨੀ ਜਿਹੜੀ ਬਣੀ ਚੰਡੀਗੜ੍ਹ, ਉਹਦੇ ਉੱਤੇ ਬਿਨਾਂ ਕੁਝ ਖਰਚਿਆਂ ਹਰਿਆਣੇ ਨੂੰ ਅੱਧ ਦੇ ਦਿੱਤਾ ਗਿਆ ਵੀ ਟੈਂਪਰੇਰੀ ਰਾਜਧਾਨੀ ਰਹੀ। ਉਹ ਅੱਜ ਤੱਕ ਉਸੇ ਤਰੀਕੇ ਦੇ ਨਾਲ ਜਾਰੀ ਹੈ। ਉਹਨੂੰ ਰਾਜਧਾਨੀ ਦੇ ਰੂਪ ਦੇ ਵਿੱਚ ਕੁਝ ਪਿੰਡ ਦਿੱਤੇ ਗਏ ਸੀ। ਉਸ ਤੋਂ ਬਾਅਦ ਜਦੋਂ ਕੰਦੂ ਖੇੜਾ ਵਾਲਾ ਮਾਮਲਾ ਸਾਹਮਣੇ ਆਇਆ, ਕੰਦੂ ਖੇੜਾ ਕਰੂ ਨਬੇੜਾ, ਕਿ ਇਹ ਪਿੰਡਾਂ ਦੇ ਉੱਤੇ ਤੁਸੀਂ ਸਰਵੇ ਕਰਾ ਲਓ, ਇਸ ਪਿੰਡ ਦੇ ਉੱਤੇ ਸਰਵੇ ਹੋ ਜੇ ਤੇ ਜਿਹਦੇ ਵੱਲ ਇਹ ਪਿੰਡ ਚਲੇ ਗਿਆ ਉਹਦਾ ਚੰਡੀਗੜ੍ਹ ਹੋ ਜਾਊਗਾ। ਇਸ ਤਰ੍ਹਾਂ ਦੇ ਹਾਲਾਤ ਵੀ ਪੰਜਾਬ ਦੇ ਵਿੱਚ ਪੈਦਾ ਕੀਤੇ ਗਏ। ਪੰਜਾਬ ਨੇ ਜੋ ਕੁਝ ਝੱਲਿਆ ਉਹ ਰਾਜਨੀਤਿਕ ਲੋਕਾਂ ਦੀਆਂ ਨਲਾਇਕੀਆਂ ਦੇ ਕਰਕੇ ਝੱਲਿਆ। 1978 ਤੋਂ ਸ਼ੁਰੂ ਕਰ ਲਓ। 1978 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਾਪਰੀ ਘਟਨਾ, ਜਿਹਦੇ ਵਿੱਚ ਉਹ ਨਿਰੰਕਾਰੀ ਮਿਸ਼ਨ ਦੇ ਨਾਲ ਹੋਇਆ ਟਕਰਾਓ, ਉਸ ਤੋਂ ਬਾਅਦ ਕਿਵੇਂ ਉਹਨੂੰ ਇੱਥੋਂ ਕੱਢਿਆ ਜਾਂਦਾ, ਉਹਨੇ ਇੱਕ ਕਿਸਮ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦਾ ਮੁੱਢ ਬੰਨ੍ਹ ਦਿੱਤਾ, ਜਿਹਨੇ ਪੰਜਾਬ ਨੂੰ ਇੰਨਾ ਕੁ ਪਰੇਸ਼ਾਨ ਕੀਤਾ, ਇੰਨਾ ਕੁ ਦੁਖੀ ਕੀਤਾ ਕਿ ਉਹਦੇ ਜ਼ਖਮ ਅੱਜ ਵੀ ਉਹਨਾਂ ਪਰਿਵਾਰਾਂ ਦੇ ਮਨਾਂ ਦੇ ਉੱਤੇ ਦੇਖੇ ਜਾ ਸਕਦੇ ਆ, ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਜੀ ਸਰਕਾਰੀ ਜਾਂ ਗੈਰ ਸਰਕਾਰੀ ਜਿਹੜਾ ਅੱਤਵਾਦ ਸੀ ਉਹਨੇ ਉਹਨਾਂ ਨੂੰ ਉਹ ਜ਼ਖਮ ਪਹੁੰਚਾਏ। ਉਹਨਾਂ ਦਿਨਾਂ ਦੇ ਦੌਰਾਨ ਇਹ ਨਹੀਂ ਸੀ ਵੇਖਿਆ ਜਾਂਦਾ ਕਿ ਕੌਣ ਕੀ ਹੈ, ਸਿਰਫ ਗੋਲੀ ਦਾ ਰਾਜ ਸੀ। ਪੁਲਿਸ ਨੇ ਜਿਸ ਤਰੀਕੇ ਦੇ ਨਾਲ, ਉਸ ਤੋਂ ਇਹ 80ਵਿਆਂ ਦੀ ਗੱਲ ਆ ਜਾਂਦੀ ਹੈ ਕਿਉਂਕਿ ਮੁੱਢ ਤਾਂ ਇਹਦਾ 78 ਤੋਂ ਵੱਜਦਾ, ਪੁਲਿਸ ਨੇ ਜਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਮੁੰਡੇ ਖਪਾ ਦਿੱਤੇ, ਉਹ ਅੱਜ ਵੀ ਕਿਤੇ 29 ਸਾਲ ਬਾਅਦ, 28 ਸਾਲ ਬਾਅਦ, 30 ਸਾਲ ਬਾਅਦ ਉਹਦਾ ਕਿਤੇ ਨਾ ਕਿਤੇ ਦਰਦ ਇੱਕ ਵਾਰੀ ਫੇਰ ਸਾਹਮਣੇ ਆ ਜਾਂਦਾ ਜਦੋਂ ਕਿਸੇ ਨਾ ਕਿਸੇ ਅਦਾਲਤ ਦੇ ਵਿੱਚ ਉਹਨਾਂ ਕੇਸਾਂ ਦਾ ਕੋਈ ਫੈਸਲਾ ਸਾਹਮਣੇ ਆਉਂਦਾ। ਇੱਥੋਂ ਤੱਕ ਹਾਲਾਤ ਹੋ ਗਏ ਕਿ ਅਣਪਛਾਤੀਆਂ ਲਾਸ਼ਾਂ, ਉਹਨਾਂ ਨੂੰ ਇਕੱਠਿਆਂ ਕਰਨ ਵਾਲੇ ਉਹ ਖੁਦ ਲਾਸ਼ ਬਣ ਗਏ। ਜਸਵੰਤ ਸਿੰਘ ਖਾਲੜਾ ਹੋਰੀ, ਇਹ ਤਰਾਸਦੀ ਸੀ ਪੰਜਾਬ ਦੀ ਕਿ ਮੁੜ ਕੇ ਉਹਨਾਂ ਦੀਆਂ ਉਹ ਰਿਪੋਰਟਾਂ ਕਿੱਥੇ ਗਈਆਂ। ਕਿਸੇ ਸਿਆਸੀ ਧਿਰ ਨੇ ਇਹ ਚੁੱਕਣ ਦੀ ਜ਼ਹਿਮਤ ਕੀਤੀ ਕਿ ਆਫਟਰ ਆਲ ਉਹ ਕੀ ਸੀ, ਉਹਦੇ ਪਿੱਛੇ ਕਹਾਣੀ ਕੀ ਸੀ ਜਿਹੜੀ ਕਿ ਵਿਸ਼ਵ ਪੱਧਰ ਦੇ ਉੱਤੇ ਛਾ ਗਈ? ਨਾ, ਕਿਸੇ ਨੇ ਨਹੀਂ ਉਹਨੂੰ ਚੁੱਕਿਆ। ਉਸ ਤੋਂ ਬਾਅਦ ਫਿਰ 8-10% ਵੋਟਾਂ ਲੈ ਕੇ ਇੱਕ ਸਰਕਾਰ ਬਣਦੀ ਹੈ 92 ਤੋਂ 97 ਤੱਕ। ਜੋ ਤਸ਼ੱਦਦ ਉਹਦੇ ਵਿੱਚ ਹੋਏ, ਕਿੰਨੇ ਕੁ ਪੁਲਿਸ ਆਫੀਸਰਸ ਨੇ ਲੋਕਾਂ ਦੇ ਉੱਤੇ ਜ਼ੁਲਮ ਢਾਹੇ, ਉਹ ਸਭ ਨੂੰ ਪਤਾ ਹੈ। ਤੇ ਜਦੋਂ
96 ਦੀਆਂ ਰੈਲੀਆਂ ਜਾਂ 96 ਦੀਆਂ ਖਬਰਾਂ ਫਰੋਲਦੇ ਆ ਪੁਰਾਣੀਆਂ, ਉਹਦੇ ਵਿੱਚੋਂ ਜੋ ਕੁਝ ਨਿਕਲਦਾ ਸਿਆਸੀ ਨੇਤਾਵਾਂ ਦਾ ਜਿਹੜੇ ਉਦੋਂ ਸੱਤਾ ਦੇ ਵਿੱਚ ਨਹੀਂ ਸੀ, ਉਹ ਇਹ ਕਹਿੰਦੇ ਆ ਸਾਡੀ ਸਰਕਾਰ ਆਉਣ ਦਿਓ, ਫਿਰ ਦੇਖਿਓ ਅਸੀਂ ਕਟਹਿਰਿਆਂ 'ਚ ਖੜੇ ਕਰਾਂਗੇ ਉਹਨਾਂ ਪੁਲਿਸ ਅਫਸਰਾਂ ਨੂੰ, ਉਹਨਾਂ ਜ਼ਿੰਮੇਵਾਰ ਲੋਕਾਂ ਨੂੰ ਜਿਨ੍ਹਾਂ ਨੇ ਲੋਕਾਂ ਦੇ ਪੁੱਤ ਘਰਾਂ ਦੇ ਵਿੱਚੋਂ ਬੇਦੋਸ਼ੇ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ। ਉਹ ਸੱਤਾ 'ਚ ਆ ਜਾਂਦੇ ਆ 97 ਵਿੱਚ। ਕੀ ਫਿਰ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਮਿਲਦੀ ਆ? ਉਹ ਲੋਕ ਕਟਹਿਰੇ 'ਚ ਖੜੇ ਕੀਤੇ ਜਾਂਦੇ ਆ? ਨਹੀਂ। 97 ਤੋਂ ਲੈ ਕੇ 2002 ਤੱਕ ਉਹ ਸਰਕਾਰ ਰਹਿੰਦੀ ਹੈ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਕਾਂਗਰਸ ਦੀ ਸਰਕਾਰ ਬਣਾਉਂਦੇ ਆ। ਉਹਦੇ ਵਿੱਚ ਵੀ ਉਹ ਸਾਰੀਆਂ ਗੱਲਾਂ ਅਣਗੌਲੀਆਂ ਰਹਿ ਜਾਂਦੀਆਂ ਨੇ। ਕੈਪਟਨ ਸਾਹਿਬ ਦਾ ਇੱਕ ਸਟਾਈਲ, ਜਿਹੜਾ ਰਾਜਾਸ਼ਾਹੀ ਸਟਾਈਲ ਹੈ, ਉਹ ਪਹਿਲੇ 2-2.5 ਸਾਲ ਤੱਕ ਕੰਮ ਕਰਦੇ ਆ। ਉਸ ਤੋਂ ਬਾਅਦ ਫਿਰ ਉਹੀ ਰਾਜਾਸ਼ਾਹੀ ਸਟਾਈਲ ਉਹਨਾਂ ਦਾ ਫੇਮਸ ਹੋ ਜਾਂਦਾ। ਤੇ ਉਸ ਤੋਂ ਬਾਅਦ ਫਿਰ 2007 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਮਿਲ ਕੇ ਸਰਕਾਰ ਬਣਾਉਂਦੇ ਆ। 12 ਤੱਕ ਉਹ ਸਰਕਾਰ ਚੱਲਦੀ ਹੈ। ਹਲਕਾ ਇੰਚਾਰਜ ਲਾਏ ਜਾਂਦੇ ਆ, ਹਲਕਾ ਇੰਚਾਰਜ ਨਹੀਂ, ਹਲਕਾ ਇੰਚਾਰਜ। ਜੋ ਕੁਝ ਉਹਦੇ ਦੌਰਾਨ ਹੁੰਦਾ ਉਹ ਕਿਸੇ ਨੂੰ ਭੁੱਲਿਆ ਨਹੀਂ। 12 ਦੇ ਵਿੱਚ 2012 ਦੇ ਵਿੱਚ, ਕਿਉਂਕਿ 7 ਤੋਂ ਵੱਧ ਕੇ 12 ਤੱਕ ਰਹਿੰਦੀ ਹੈ, 12 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਇਹ ਸੋਚ ਲੈਂਦੇ ਆ ਵੀ ਇੱਥੇ ਤਾਂ ਹਾਲਾਤ ਉੱਤਰ ਕਾਟੋ ਮੈਂ ਚੜਾ, ਇੱਕ ਵਾਰੀ ਉਹਦੀ ਵਾਰੀ ਹੈ, ਇੱਕ ਵਾਰੀ ਉਹਦੀ ਵਾਰੀ ਹੈ, ਅਗਲੀ ਵਾਰੀ ਸਾਡੀ ਹੈ। ਉਹ ਆਰਾਮ ਦੇ ਨਾਲ ਪਹਾੜਾਂ ਤੇ ਚਲੇ ਜਾਂਦੇ ਆ। ਅਕਾਲੀ ਦਲ ਬਾਦਲ ਮਿਹਨਤ ਕਰ ਲੈਂਦਾ, ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹਦੇ ਉੱਤੇ ਮਿਹਨਤ ਕਿਹੋ ਜਿਹੀ ਆ ਸਭ ਨੂੰ ਪਤਾ। ਉਹ ਸਰਕਾਰ ਰਿਪੀਟ ਹੋ ਜਾਂਦੀ ਹੈ। ਰਿਪੀਟ ਹੋਈ ਸਰਕਾਰ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਆਪਣੀ ਕਾਬੂ ਦੇ ਵਿੱਚ ਕਰਦੀ ਹੈ, ਉਹ ਕਿਸੇ ਤੋਂ ਭੁੱਲਿਆ ਨਹੀਂ। ਜਿੰਨੇ ਬਿਜ਼ਨਸ ਨੇ, ਜੋ ਕੁਝ ਹੈ, ਸਾਰਾ ਕੁਝ ਮੇਰਾ 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 ਮੇਰਾ, ਉਹ ਫਿਰ ਸ਼ੁਰੂ ਹੁੰਦਾ ਪੰਜਾਬ ਦੇ ਵਿੱਚ। ਉਹਦੇ ਦੌਰਾਨ ਹੀ ਇੱਕ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹਦੀ ਸਰਕਾਰ ਦੇ ਦੌਰਾਨ। ਉਹਦੀ ਸਰਕਾਰ ਦੇ ਦੌਰਾਨ ਪਤਾ ਨਹੀਂ ਕਿਹੜੇ ਸਮਝੌਤੇ ਦੇ ਤਹਿਤ ਵਿਵਾਦਤ ਸਰਸੇ ਵਾਲੇ ਡੇਰੇ ਦੇ ਮੁਖੀ ਨੂੰ ਬਿਨਾਂ ਮੰਗੇ ਮੁਆਫੀ ਅਕਾਲ ਤਖਤ ਤੋਂ ਦੇ ਦਿੱਤੀ ਜਾਂਦੀ ਹੈ। ਫਿਰ ਉਸ ਮੁਆਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ ਉਹੀ 90-96 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜਾਂਦੇ ਆ। ਉਹਦੇ ਜਿਹੜੇ ਫਿਲਮ ਦੇ ਪੋਸਟਰ ਲੱਗਦੇ ਆ, ਉਹਦੀ ਰਾਖੀ ਦੇ ਵਾਸਤੇ ਪੁਲਿਸ ਵਾਲੇ ਖੜੇ ਕੀਤੇ ਜਾਂਦੇ ਵੀ ਉਹਨਾਂ ਪੋਸਟਰਾਂ ਨੂੰ ਕੋਈ ਪਾੜ ਨਾ ਜਾਵੇ। ਉੱਥੋਂ ਇੱਕ ਉਹਨਾਂ ਘਟਨਾਵਾਂ ਦਾ ਫਿਰ ਮੁੱਢ ਵੱਜਦਾ ਜਿਹੜੀਆਂ ਕਿ ਅੱਜ ਵੀ ਬਹੁਤ ਦਰਦ ਦਿੰਦੀਆਂ ਨੇ। ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੁਝ ਮਹੀਨਿਆਂ ਤੋਂ ਬਾਅਦ, ਕਿਉਂਕਿ ਉਹ ਲੱਭਦੀ ਨਹੀਂ, ਪੋਸਟਰ ਜ਼ਰੂਰ ਲੱਗਦੇ ਆ, ਸਰਕਾਰ ਕੋਈ ਤਰੱਦਦ ਨਹੀਂ ਕਰਦੀ ਕਿ ਉਹਨੂੰ ਲੱਭਿਆ ਜਾਵੇ। ਉਹਦੀ ਬੇਅਦਬੀ ਹੁੰਦੀ ਹੈ ਔਰ ਉਹ ਐਸਾ ਕਾਲਾ ਧੱਬਾ ਨੇ ਸਰਕਾਰਾਂ ਦੇ ਮੂੰਹ ਦੇ ਉੱਤੇ ਜਿਹੜਾ ਕਿ ਸ਼ਾਇਦ ਇਤਿਹਾਸ ਦੇ ਵਿੱਚ ਹੁਣ ਮਿਟ ਨਾ ਸਕੇ। ਇਸ ਕਰਕੇ ਨਾ ਮਿਟ ਸਕੇ ਕਿ 15 ਤੋਂ ਲੈ ਕੇ 17 ਤੱਕ ਸਮਾਂ ਸੀ ਉਦੋਂ ਦੀ ਸਰਕਾਰ ਦੇ ਕੋਲੇ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੱਖ ਨਾ ਕੀਤਾ। ਜਿਹੜਾ ਇੱਕ ਕਮਿਸ਼ਨ ਬਿਠਾਇਆ ਵੀ, ਉਹਦੀ ਰਿਪੋਰਟ ਵੀ ਲੈਣ ਤੋਂ ਉਹਨਾਂ ਨੇ ਨਾ ਕਰ ਦਿੱਤੀ। ਪੁਲਿਸ ਨੇ ਜੋ ਤਸ਼ੱਦਦ ਕੋਟਕਪੂਰਾ ਦੇ ਵਿੱਚ ਕੀਤਾ, ਬਹਿਬਲ ਕਲਾਂ ਦੇ ਵਿੱਚ ਕੀਤਾ, ਜਿੱਥੇ ਪੁਲਿਸ ਦੀ ਗੋਲੀ ਦੇ ਨਾਲ 2 ਵਿਅਕਤੀ ਉਹਨਾਂ ਦੀ ਜਾਨ ਚਲੇ ਜਾਂਦੀ ਆ, ਪਰਚਾ ਦਰਜ ਹੁੰਦਾ ਅਣਪਛਾਤੀ ਪੁਲਿਸ ਦੇ ਉੱਤੇ। ਜਿਹੜੇ ਪੁਲਿਸ ਵਾਲੇ ਉੱਥੇ ਜ਼ਿੰਮੇਵਾਰ ਕਹੇ ਜਾਂਦੇ, ਜਿਨ੍ਹਾਂ ਦੀ ਡਿਊਟੀ ਕੋਈ ਨਹੀਂ ਸੀ, ਉਹ ਉੱਥੇ ਕਿਵੇਂ ਆਏ, ਇਹ ਅੱਜ ਤੱਕ ਇੱਕ ਸਵਾਲ ਬਣਿਆ ਹੋਇਆ। ਕਿਉਂਕਿ ਜਿਹੜੀਆਂ ਜਾਂਚ ਹੋਈਆਂ, ਜਿੰਨਾ ਕੁਝ ਹੋਇਆ, ਉਹ ਜਾਂਚ ਕਾਗਜ਼ਾਂ ਦੇ ਪਲੰਦੇ ਬਣ ਕੇ ਰਹਿ ਗਈਆਂ। ਇੰਨੀਆਂ ਕੁ ਸਿੱਟ ਬਣੀਆਂ, ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ। ਜੇ ਕਹੇ ਨਾ ਇਸ ਚੀਜ਼ ਦੇ ਉੱਤੇ ਹੁਣ ਕੀ ਹੋਊਗਾ, ਤੇ ਲੋਕ ਮਜ਼ਾਕ 'ਚ ਕਹਿੰਦੇ ਆ ਇਹ ਤੇ ਸਿੱਟ ਬਣਾ ਦਿਓ ਤਾਂ ਕਿ ਇਸ ਮਾਮਲੇ ਨੂੰ ਖਤਮ ਕਰ ਦਿਓ। ਇੱਕ ਕਿਸਮ ਦੇ ਨਾਲ 3 ਸਿੱਟ ਕੰਮ ਕਰ ਰਹੀਆਂ ਨੇ। ਉਹਨਾਂ ਅਫਸਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਕਿੰਤੂ ਪਰੰਤੂ ਨਹੀਂ, ਜਿਹੜੇ ਸਿੱਟ ਦੇ ਰੂਪ ਦੇ ਵਿੱਚ ਰਹੇ। ਉਹਨਾਂ ਅਫਸਰਾਂ ਤੋਂ ਕੰਮ ਤਾਂ ਸਰਕਾਰ ਨੇ ਲੈਣਾ ਸੀ, ਜਾਂ ਉਹਨਾਂ ਦੇ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਨੂੰ ਘੋਖਣਾ ਤਾਂ ਸਰਕਾਰਾਂ ਨੇ ਸੀ। ਜਦੋਂ 2017 ਦੇ ਵਿੱਚ ਫਿਰ ਇਲੈਕਸ਼ਨਾਂ ਹੁੰਦੀਆਂ ਨੇ,
ਉਹਦੇ ਵਿੱਚ ਦੋ ਮੁੱਦੇ ਬੜੇ ਅਹਿਮ ਉੱਭਰਦੇ ਨੇ। ਇਹਦੇ ਵਿੱਚ ਮੇਨ ਮੁੱਦਾ ਬੇਅਦਬੀ ਦਾ ਉੱਭਰਦਾ ਤੇ ਦੂਸਰਾ ਚਿੱਟੇ ਦਾ ਉੱਭਰਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਲੋਕ ਪੰਜਾਬ ਦੇ ਯਕੀਨ ਕਰਦੇ ਆ ਕਿ ਉਹ ਐਕਸਪੀਰੀਅੰਸ ਵਾਲੇ ਨੇ, ਉਹਨਾਂ ਨੂੰ ਵੋਟਾਂ ਪਾ ਦਿੰਦੇ ਆ, ਉਹ ਸਰਕਾਰ ਬਣਾ ਲੈਂਦੇ ਨੇ। ਸਰਕਾਰ ਬਣਦਿਆਂ ਸਾਰ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਘਰੇ ਵੜ ਜਾਂਦੇ ਆ, ਫਿਰ ਨਹੀਂ ਉਹ ਨਿਕਲਦੇ। ਉਸ ਤੋਂ ਬਾਅਦ ਜੋ ਕੁਝ ਹੋਇਆ ਸਭ ਦੇ ਸਾਹਮਣੇ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਸਾਬਕਾ ਮੁੱਖ ਮੰਤਰੀ ਬਣ ਗਏ। ਉਹਨਾਂ ਦੀ ਜਗ੍ਹਾ ਦੇ ਉੱਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਥਾਪ ਦਿੱਤਾ। ਚਰਨਜੀਤ ਸਿੰਘ ਚੰਨੀ ਹੋਰਾਂ ਦੀ ਅਗਵਾਈ 'ਚ ਸਰਕਾਰ ਬਣਦੀ ਹੈ ਤੇ ਅਫਸਰ ਉਹੀ ਉੱਥੇ ਆ ਜਾਂਦੇ ਆ ਉੱਪਰ ਜਿਹੜੇ 15 ਦੇ ਵਿੱਚ ਚਰਚਿਤ ਰਹੇ, ਜਾਂ 15 ਤੋਂ ਬਾਅਦ ਜਿਹੜੇ ਲੋਕ ਕੋਰਟ ਕਚਹਿਰੀਆਂ ਤੱਕ ਗਏ ਉਹਨਾਂ ਦੇ ਵਕੀਲ ਰਹੇ। ਤੋ ਜਦੋਂ ਉਹੀ ਆ ਜਾਂਦੇ ਆ ਤੇ ਫਿਰ ਕਹਾਣੀ ਫੇਰ ਉੱਥੇ ਆ ਜਾਂਦੀ ਹੈ। ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਹੋਰੀ ਫੇਰ ਅਸਤੀਫਾ ਦੇ ਜਾਂਦੇ ਆ। ਇਹ ਕਹਿੰਦੇ ਆ ਕਿ ਜਿਹੜੇ ਵਾਅਦੇ ਮੈਂ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਦੇ ਜਵਾਬ ਮੈਥੋਂ ਦਿੱਤੇ ਨਹੀਂ ਜਾਣੇ। ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਬੜੇ ਤੰਜ ਕੱਸੇ ਜਾ ਰਹੇ ਆ, ਬੜੇ ਨਿਸ਼ਾਨੇ ਲਾਏ ਜਾ ਰਹੇ ਆ। ਵਿਰੋਧੀ ਧਿਰਾਂ ਨੂੰ ਮੌਕਾ ਚਾਹੀਦਾ ਹੁੰਦਾ, ਵਿਰੋਧੀ ਧਿਰਾਂ ਦਾ ਇਹ ਹੱਕ ਹੈ ਕਿ ਉਹ ਸਿਆਸਤ ਕਰ ਸਕਣ, ਇਹਦੇ ਉੱਤੇ ਕੋਈ ਰੋਕ ਨਹੀਂ ਸਕਦਾ ਉਹਨੂੰ। ਪਰ ਸਵਾਲ ਇਹ ਆ ਕਿ ਜਿਹੜੀ ਦਹਾਕਿਆਂ ਤੋਂ ਚੱਲੀ ਆਉਂਦੀ ਸਿਆਸਤ ਹੈ, ਜਿਹਦੇ ਉੱਤੇ ਚੰਦ ਕੁ ਪਰਿਵਾਰ ਕਾਬਜ ਨੇ, ਕੀ ਕਦੇ ਪੰਜਾਬ ਦੇ ਵਿੱਚੋਂ ਉਸ ਸਿਆਸਤ ਤੋਂ ਪੰਜਾਬੀਆਂ ਦਾ ਖਹਿੜਾ ਛੁੱਟ ਸਕੂਗਾ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਲੈ ਦੇ ਕੇ ਉਹੀ ਚੰਦ ਪਰਿਵਾਰ ਸੁਣੇ ਆਉਂਦੇ ਆ। ਹਾਲਾਤ ਇੰਨੇ ਨੇ, ਇਹਦੇ 'ਚ ਉਮਰ ਦਾ ਕੋਈ ਤਕਾਜ਼ਾ ਨਹੀਂ। ਕੈਪਟਨ ਸਾਹਿਬ ਕਹਿੰਦੇ ਮੇਰੇ ਵਾਸਤੇ ਤਾਂ ਆਪਸ਼ਨ ਬੜੀਆਂ ਖੁੱਲੀਆਂ ਨੇ। ਇਹ ਚੀਜ਼ ਵੇਖੇ ਬਿਨਾ ਕਿ ਉਹਨਾਂ ਦੀ ਉਮਰ ਰਿਟਾਇਰਮੈਂਟ ਦੀ ਹੈ। ਪ੍ਰਕਾਸ਼ ਸਿੰਘ ਬਾਦਲ ਹੋਰੀ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਚੌਧਰੀ ਓਮ ਪ੍ਰਕਾਸ਼ ਚੌਟਾਲਾ ਹੋਰਾਂ ਦੇ ਵੱਲੋਂ ਜੀਂਦ ਦੇ ਵਿੱਚ ਕੀਤੀ ਗਈ ਇੱਕ ਰੈਲੀ ਦੇ ਵਿੱਚ ਭਾਸ਼ਣ ਦੇ ਕੇ ਮੁੜੇ ਨੇ। ਚੌਟਾਲਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰੀ ਲਗਭਗ ਏਜ ਦੇ ਇੱਕੋ ਜਿਹੇ ਨੇ, 90 ਤੋਂ ਟੱਪ ਗਏ ਹੋਏ ਨੇ ਬਾਦਲ ਸਾਹਿਬ ਤਾਂ। ਉਹ ਸਿਆਸੀ ਰੈਲੀ ਨੂੰ ਸੰਬੋਧਨ ਕਰਕੇ ਆਏ ਨੇ। ਇਟ ਮੀਨਸ ਕਿ ਉਹ ਰਿਟਾਇਰ ਤਾਂ ਨਹੀਂ ਸਮਝਦੇ ਆਪਣੇ ਆਪ ਨੂੰ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਆਪ ਨੂੰ ਰਿਟਾਇਰ ਨਹੀਂ ਸਮਝਦੇ। ਇੱਕ ਸਮਾਂ ਹੁੰਦਾ, ਜੇ ਰਿਟਾਇਰਮੈਂਟ ਦੀ ਏਜ ਸਰਕਾਰੀ ਨੌਕਰੀਆਂ, ਗੈਰ ਸਰਕਾਰੀ ਨੌਕਰੀਆਂ ਦੇ ਉੱਤੇ ਹੋ ਸਕਦੀ ਹੈ, ਤੇ ਰਿਟਾਇਰਮੈਂਟ ਦੀ ਏਜ ਸਿਆਸਤ ਦੇ ਵਿੱਚ ਕਿਉਂ ਨਹੀਂ ਹੋ ਸਕਦੀ? ਇਹ ਬੜਾ ਵੱਡਾ ਸਵਾਲ ਹੈ, ਕਿਉਂਕਿ ਚੰਦ ਲੋਕ ਜਿਹੜੇ ਸਿਆਸੀ ਪਰਿਵਾਰਾਂ ਚੋਂ ਆਉਂਦੇ ਆ ਉਹ ਰਿਟਾਇਰ ਨਹੀਂ ਹੋਣਾ ਚਾਹੁੰਦੇ। ਜੇ ਰਿਟਾਇਰ ਹੁੰਦੇ ਵੀ ਆ, ਉਹ ਕੀ ਕਰਦੇ ਆ? ਆਪਣੇ ਮੁੰਡੇ ਨੂੰ, ਆਪਣੇ ਭਤੀਜੇ ਨੂੰ, ਆਪਣੇ ਸਾਲੇ ਨੂੰ, ਆਪਣੇ ਕਿਸੇ ਨਾ ਕਿਸੇ ਨੇੜੇ ਵਾਲੇ ਰਿਸ਼ਤੇਦਾਰ ਨੂੰ ਮੂਹਰੇ ਕਰ ਦਿੰਦੇ ਆ ਕਿ ਹੁਣ ਮੇਰੀ ਜਗ੍ਹਾ ਦੇ ਉੱਤੇ ਇਹਨੂੰ ਮੈਂ ਤਿਲਕ ਲਾਤਾ। ਜਿਵੇਂ ਰਾਜੇ ਕਰਦੇ ਹੁੰਦੇ ਸੀਗੇ। ਰਾਜੇ ਜਦੋਂ ਬਜ਼ੁਰਗ ਹੋ ਜਾਂਦੇ ਸੀਗੇ ਤਾਂ ਉਦੋਂ ਪਹਿਲਾਂ ਉਹ ਤਿਲਕ ਲਾ ਦਿੰਦੇ ਹੁੰਦੇ ਸੀਗੇ ਕਿ ਮੇਰੀ ਜਗ੍ਹਾ ਦੇ ਉੱਤੇ ਇਹ ਹੁਣ ਰਾਜਾ ਬਣੂਗਾ। ਇਹ ਵੀ ਉਹੀ ਪ੍ਰਥਾ ਚੱਲ ਰਹੀ ਹੈ। ਜਿਸ ਦਿਨ ਚਰਨਜੀਤ ਸਿੰਘ ਚੰਨੀ ਹੋਰੀ ਕਪੂਰਥਲੇ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਭੰਗੜਾ ਪਾ ਰਹੇ ਸੀ ਤੇ ਕਿਸੇ ਨੇ ਕਮੈਂਟ ਕੀਤਾ ਸੀਗਾ ਮੇਰੇ ਇੱਕ ਸ਼ੋਜ਼ ਦੇ ਵਿੱਚ। ਉਹ ਕਮੈਂਟ ਮੈਨੂੰ ਕਦੇ ਭੁੱਲੂਗਾ ਨਹੀਂ। ਉਹ ਕਹਿੰਦੇ ਮੈਂ 30-32 ਸਾਲ ਦਾ ਤੇ ਮੈਂ ਕਦੇ ਆਪਣੀ ਉਮਰ ਦੇ ਵਿੱਚ ਕੋਈ ਮੁੱਖ ਮੰਤਰੀ ਦੇਖਿਆ ਹੀ ਨਹੀਂ ਜਿਹੜਾ ਆਪਣੀਆਂ ਲੱਤਾਂ ਦੇ ਉੱਤੇ ਚੱਲ ਕੇ ਸਟੇਜ ਤੱਕ ਜਾਂਦਾ ਤੇ ਉੱਥੇ ਜਾ ਕੇ ਭੰਗੜਾ ਪਾਉਂਦਾ। ਇਹ ਉਹਨਾਂ ਦੀ ਗੱਲ ਬੜੀ ਸਹੀ ਆ। ਜੇ ਪਿਛਲੇ ਸਮੇਂ ਤੋਂ ਦੇਖੀਏ ਤੇ ਇੱਥੇ ਤਾਂ ਲਗਭਗ ਉਹੀ ਰਹੇ ਨੇ ਮੁੱਖ ਮੰਤਰੀ ਜਿਨ੍ਹਾਂ ਨੂੰ ਫੜ ਕੇ ਉਠਾਉਣਾ ਪੈਂਦਾ, ਫੜ ਕੇ ਬਿਠਾਉਣਾ ਪੈਂਦਾ। ਸਤਿਕਾਰ ਹੈ, ਬਜ਼ੁਰਗੀ ਪੱਖੋਂ ਸਤਿਕਾਰ ਹੈ। ਸਤਿਕਾਰ ਕਾਇਮ ਰੱਖਣਾ ਵੀ ਤਾਂ ਬਜ਼ੁਰਗਾਂ ਦੀ ਇੱਕ ਡਿਊਟੀ ਹੁੰਦੀ ਹੈ। ਇੱਕ ਟਾਈਮ ਮੇਰੇ ਕੋਲ ਆਪਣੇ ਆਪ ਤੋਂ ਚੱਲਿਆ ਨਾ ਜਾਵੇ, ਮੈਨੂੰ ਸੁਰਤ ਨਾ ਰਹੇ, ਮੈਨੂੰ ਇਹ ਨਾ ਪਤਾ ਲੱਗੇ ਕਿ ਮੈਂ ਕਿਹਨੂੰ ਕੀ ਕਹਿਣਾ, ਮੇਰੇ ਕੋਲ ਪੜ੍ਹਿਆ ਨਾ ਜਾ ਸਕੇ, ਮੇਰੇ ਤੋਂ ਅਪਡੇਟ ਨਾ ਹੋਇਆ ਜਾ ਸਕੇ ਤੇ ਮੈਂ ਇਹ ਕੈਮਰੇ ਦੇ ਮੂਹਰੇ ਫੇਰ ਬੈਠਾ ਰਹਾ ਵੀ ਨਹੀਂ, ਇਹ ਨਹੀਂ ਹੋ ਸਕਦਾ, ਇਹਦਾ ਤਾਂ ਐਨਾਲਿਸਿਸ ਮੈਂ ਹੀ ਕਰੂੰਗਾ। ਇਹ ਪੋਸੀਬਲ ਨਹੀਂਗਾ। ਕਿਸੇ ਦੀ ਜਗ੍ਹਾ ਦੇ ਉੱਤੇ ਆ ਕੇ ਮੈਂ ਬੈਠਾ, ਮੇਰੀ ਜਗ੍ਹਾ ਦੇ ਉੱਤੇ ਆ ਕੇ ਅਗਲੇ ਵਿਅਕਤੀ ਨੇ ਬੈਠਣਾ, ਉਹ ਮੇਰੇ ਨਾਲੋਂ ਬਿਹਤਰ ਹੋਊਗਾ। ਉਹ ਮੇਰੇ ਨਾਲੋਂ ਬਿਹਤਰ ਹੋਊਗਾ ਕਿਉਂਕਿ ਜਦੋਂ ਜਿਹੜੀਆਂ ਸੀਟਾਂ ਬਦਲੀਆਂ ਗਈਆਂ ਨੇ ਉਹ ਕਿਸੇ ਵੀ ਵਜ੍ਹਾ ਕਰਕੇ ਬਦਲੀਆਂ ਗਈਆਂ ਨੇ। ਬੈਟਰ ਆਇਆ,
ਅੱਜ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲੋਕ ਕਹਿ ਰਹੇ ਆ ਨਾ ਕਿ ਉਹ ਆਮ ਆਦਮੀ ਵਾਂਗੂ ਲੱਗਦੇ, ਉਹਨਾਂ ਨੂੰ ਚੰਗਾ ਲੱਗਦਾ ਨਾ ਉਹ ਚੀਜ਼, ਕਿ ਉਹ ਲੋਕਾਂ ਦੇ ਨੇੜੇ ਹੋ ਰਹੇ ਆ, ਉਹ ਲੋਕਾਂ ਨਾਲ ਗੱਲ ਕਰ ਰਹੇ ਆ, ਬੈਟਰ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਘਰੋਂ ਨਹੀਂ ਨਿਕਲੇ। ਸਵਾਲ ਇਹ ਆ ਜਿਹੜਾ ਇਸ ਵੇਲੇ ਮੇਨ ਜਿਹੜਾ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, ਪੰਜਾਬੀਆਂ ਦੇ ਨਾਲ ਕਰਨਾ ਚਾਹੁੰਦਾ, ਕਿ ਕੀ ਪੰਜਾਬ ਦੇ ਵਿੱਚੋਂ ਕਦੇ ਚੰਦ ਪਰਿਵਾਰਾਂ ਦੀ ਸਿਆਸਤ ਦਾ ਗਲਬਾ ਖਤਮ ਹੋ ਸਕੂਗਾ? ਕੀ ਕਦੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਧੀਆਂ ਪੁੱਤ ਸਿਆਸਤ ਦੇ ਵਿੱਚ ਆ ਸਕਣਗੇ? ਜੇ ਉਹ ਆ ਸਕਣਗੇ ਤੇ ਉਹ ਤਰੀਕੇ ਕੀ ਹੋ ਸਕਦੇ ਆ? ਸਵਾਲ ਇਹ ਆ, ਆਮ ਲੋਕਾਂ ਦੇ ਧੀਆਂ ਪੁੱਤ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਨੂੰ ਭੱਜ ਰਹੇ ਆ। ਇੱਥੇ ਉਹੋ ਹੀ ਪਰਿਵਾਰ ਜਿਹੜੇ ਨਾ ਸਰਪੰਚੀ ਛੱਡਣਾ ਚਾਹੁੰਦੇ ਆ, ਨਾ ਪੰਚੀ ਛੱਡਣਾ ਚਾਹੁੰਦੇ ਆ, ਨਾ ਮਿਊਨਿਸਪੈਲਿਟੀ ਛੱਡਣਾ ਚਾਹੁੰਦੇ ਆ। ਮੁੱਖ ਮੰਤਰੀ ਮੰਤਰੀ ਤਾਂ ਬਹੁਤ ਉੱਪਰ ਵਾਲੀਆਂ ਗੱਲਾਂ ਨੇ, ਉਹ ਤਾਂ ਛੱਡਣਾ ਹੀ ਕੋਈ ਨਹੀਂ ਚਾਹੁੰਦਾ। ਇੱਥੇ ਰਿਟਾਇਰਮੈਂਟ ਕੋਈ ਨਹੀਂ ਹੈਗੀ। ਜੇ ਕੋਈ ਰਿਟਾਇਰ ਹੋਊਗਾ ਤੇ ਉਹਦੀ ਜਗ੍ਹਾ ਦੇ ਉੱਤੇ ਕੋਈ ਆਊਗਾ। ਜੇ ਕੋਈ ਰਿਟਾਇਰ ਹੋ ਰਿਹਾ ਤਾਂ ਆਪਣੀ ਜਗ੍ਹਾ ਦੇ ਉੱਤੇ ਆਪਣੇ ਕਿਸੇ ਖਾਸ ਨੂੰ ਲਿਆ ਕੇ ਉਹਦੇ ਉੱਤੇ ਬਿਠਾ ਦਿੰਦਾ ਕਿ ਮੇਰੀ ਜਗ੍ਹਾ ਦੇ ਉੱਤੇ ਹੁਣ ਆਹ ਬੰਦਾ ਹੋਊਗਾ। ਇਹਨੂੰ ਕਿਵੇਂ ਇਸ ਕੁਝ ਪਰਿਵਾਰਾਂ ਦੀ ਰਾਜਨੀਤੀ ਨੂੰ ਤੋੜਿਆ ਜਾ ਸਕੇ? ਇਹ ਸਾਰੇ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਅੱਜ ਇਹ ਖਲਜਗਣ ਹੈ, ਜਿਹਦੇ ਵਿੱਚੋਂ ਪੰਜਾਬ ਨੂੰ ਅੱਜ ਨਿਕਲਣਾ ਪੈ ਰਿਹਾ। ਇਹ ਖਲਜਗਣ ਮੁੱਕਿਆ ਨਹੀਂ। ਜੇ ਕਿਸੇ ਨੂੰ ਲੱਗਦਾ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਘਰੇ ਤੋਰ ਕੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬਣਾ ਦਿੱਤਾ ਗਿਆ, ਨਹੀਂ, ਇਹ ਨਹੀਂ ਮੁੱਕਿਆ। ਇਹ ਨਹੀਂ ਮੁੱਕਿਆ, ਇਹ ਮੁੱਕਣਾ ਨਹੀਂਗਾ। ਇਹ 2022 ਦੇ ਵਿੱਚ ਵੀ ਨਹੀਂ ਮੁੱਕਣਾ। ਜਿਸ ਤਿਗੜਮਬਾਜ਼ੀਆਂ, ਜਿਸ ਕਿਸਮ ਦੇ ਸਿਆਸੀ ਉਟਾ ਪਟਕ ਜਿਹੜੇ ਉਹ ਚੱਲ ਰਹੇ ਆ, ਇਹ ਨਹੀਂ ਮੁੱਕਣਾ। ਇਹ ਇਸ ਕਰਕੇ ਨਹੀਂ ਮੁੱਕਣਾ, ਆਮ ਘਰ ਦਾ ਧੀ ਪੁੱਤ ਇਲੈਕਸ਼ਨ ਹੀ ਨਹੀਂ ਲੜ ਸਕਦਾ ਕਿਉਂਕਿ ਚੋਣ ਇੰਨੀ ਮਹਿੰਗੀ ਹੋ ਗਈ। ਸਿਆਸੀ ਧਿਰਾਂ ਦੇ ਅੰਦਰ ਲੋਕਤੰਤਰ ਡੇ ਬਾਈ ਡੇ ਖਤਮ ਕੀਤਾ ਜਾ ਰਿਹਾ। ਉੱਥੇ ਬੈਠਾ ਜਿਹੜਾ ਵਿਅਕਤੀ ਉਸ ਪਾਰਟੀ ਨੂੰ ਹੈਂਡਲ ਕਰਦਾ, ਉਹ ਆਪਣੀ ਨਾਦਰਸ਼ਾਹੀ ਹੁਕਮ ਜਿਹੜੇ ਉਹ ਚਲਾਉਣੇ ਚਾਹੁੰਦਾ। ਉਹ ਕਹਿੰਦਾ ਮੇਰੇ ਖਿਲਾਫ ਨਹੀਂ ਕੋਈ ਬੰਦਾ ਬੋਲ ਸਕਦਾ, ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਦੇਖੋ, ਜੇ ਚੈਲੰਜ ਨੌਲੇਜ ਵਾਈਜ਼ ਹੋਵੇ ਤੇ ਉਹ ਹੋ ਜਾਣਾ ਚਾਹੀਦਾ। ਜੇ ਕੋਈ ਵਿਅਕਤੀ ਕਹਿੰਦਾ ਕਿ ਉਹ ਬਿਹਤਰ ਬੋਲ ਸਕਦਾ, ਉਹ ਬਿਹਤਰ ਨੌਲੇਜ ਰੱਖਦਾ, ਤੇ ਉਹਦੇ ਵਾਸਤੇ ਇਹ ਕਹਿ ਦੇਣਾ ਚਾਹੀਦਾ ਵੀ ਠੀਕ ਹੈ ਭਾਈ, ਮੈਂ ਆਪਣੇ ਬਥੇਰੇ ਵਰੇ ਹੰਢਾ ਲਏ, ਆ ਜਾ ਹੁਣ ਤੂੰ ਕੋਸ਼ਿਸ਼ ਕਰਕੇ ਦੇਖ ਲੈ। ਹੋ ਸਕਦਾ ਤੂੰ ਪੰਜਾਬ ਨੂੰ ਬਿਹਤਰ ਤਰੀਕੇ ਦੇ ਨਾਲ ਸੰਭਾਲ ਲਵੇਂ, ਤੂੰ ਸਟੇਟ ਨੂੰ ਬਿਹਤਰ ਤਰੀਕੇ ਦੇ ਨਾਲ ਚਲਾ ਲੇ, ਤੂੰ ਸਟੇਟ ਦੇ ਨੈਚੁਰਲ ਰਿਸੋਰਸ ਜਿਹੜੇ ਨੇ ਉਹਨਾਂ ਤੋਂ ਫਾਇਦਾ ਲੈ ਸਕੇ, ਤੂੰ ਰੈਵਨਿਊ ਜਨਰੇਟ ਕਰਨ ਦੇ ਵਧੀਆ ਤਰੀਕੇ ਕੱਢ ਸਕੇ, ਮੇਰੇ ਨਾਲੋਂ ਬੈਟਰ ਕਰ ਸਕੇ, ਤੂੰ ਚਲਾ ਕੇ ਦੇਖ ਲੈ ਯਾਰ। ਇੱਥੇ ਤਾਂ ਉਹ ਕਹਿੰਦੇ ਨਾ ਨਾ, ਕਿਸੇ ਹੋਰ ਨੂੰ ਥੋੜੀ ਆਉਣ ਦੇਣਾ। ਜਿਹੜੀ ਅੰਦਰੂਨੀ ਲੋਕਤੰਤਰ ਹੈ ਉਹ ਸਿਆਸੀ ਪਾਰਟੀਆਂ ਦਾ ਖਤਮ ਹੋ ਚੁੱਕਿਆ ਹੈ ਇਸ ਵੇਲੇ ਪੰਜਾਬ ਦੇ ਵਿੱਚ। ਲਗਭਗ ਕਾਂਗਰਸ ਦੇ ਅੰਦਰ ਤੁਸੀਂ ਲਾ ਲਓ, ਨਹੀਂ ਬੋਲ ਸਕਦਾ ਕੋਈ। ਅਕਾਲੀ ਦਲ ਬਾਦਲ ਉਹ ਤਾਂ ਹੈ ਹੀ ਇੱਕ ਪਰਿਵਾਰ ਦੀ ਪਾਰਟੀ। ਸੁਖਬੀਰ ਸਿੰਘ ਬਾਦਲ ਹੋਣੀ ਮਲੂਕਨ ਤਾਂ ਨਾ ਕਰ ਦਿੰਦੇ ਆ ਵੀ ਤੈਨੂੰ ਤੇ ਤੇਰੇ ਮੁੰਡੇ ਨੂੰ ਟਿਕਟ ਨਹੀਂ ਮਿਲਣੀ। ਮੋਗੇ ਦੇ ਵਿੱਚ ਜਾ ਕੇ ਉਹ ਤੋਤਾ ਸਿੰਘ ਤੇ ਉਹਨਾਂ ਦੇ ਮੁੰਡੇ ਨੂੰ ਟਿਕਟ ਦੇ ਦਿੰਦੇ ਆ, ਕਿਉਂਕਿ ਆਲ ਐਂਡ ਆਲ ਨੇ ਇੱਕ ਪਰਿਵਾਰ ਦੀ ਪਾਰਟੀ ਆ, ਜੋ ਮਰਜ਼ੀ ਕਰ ਸਕਦੇ, ਕੋਈ ਰੋਕ ਥੋੜੀ ਸਕਦਾ। ਆਮ ਆਦਮੀ ਪਾਰਟੀ ਇੱਕ ਨਵਾਂ ਫਰੰਟ ਹੈ, ਇੱਕ ਨਵੀਂ ਪਾਰਟੀ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਜਿਨ ਚੈਲੰਜ ਕੀਤਾ, ਉਹ ਚਾਹੇ ਦਿੱਲੀ ਦੇ ਵਿੱਚ ਸੀ ਚਾਹੇ ਪੰਜਾਬ ਦੇ ਵਿੱਚ ਸੀ, ਉਹ ਖੂੰਜੇ ਲਾਈਨ ਲਾ ਦਿੱਤਾ ਗਿਆ। ਉਹ ਮੁੜ ਕੇ ਲੱਭਿਆ ਨਹੀਂ ਕਿਸੇ ਜਗ੍ਹਾ ਦੇ ਉੱਤੇ। ਬੜੀ ਲੰਬੀ ਕਤਾਰ ਹੈ। ਤਾਂ ਫਿਰ ਇਹ ਕਿਵੇਂ ਖਤਮ ਹੋ? ਇਹ ਬੜੇ ਵੱਡੇ ਸਵਾਲ ਨੇ। ਇਹਦੇ ਉੱਤੇ ਪੰਜਾਬੀਆਂ ਨੂੰ, ਆਪਣੇ ਬੱਚਿਆਂ ਦੇ ਨਾਲ, ਇੰਟੈਲੈਕਚੁਅਲ ਲੋਕਾਂ ਨੂੰ, ਨੌਜਵਾਨਾਂ ਦੇ ਨਾਲ ਇੱਕ ਸੰਵਾਦ ਸ਼ੁਰੂ ਕਰਨੇ ਪੈਣਗੇ ਕਿ ਚਲੋ ਸ਼ੁਰੂਆਤ ਕਰੀਏ। ਸ਼ੁਰੂਆਤ 2022 ਤੋਂ ਨਹੀਂ, ਮੈਂ ਕਹਿੰਦਾ ਅੱਜ ਤਾਂ ਫਰੰਟੋ ਫਰੰਟ ਹੀ ਹੋ ਗਿਆ ਪੰਜਾਬ। ਇੱਕ ਫਰੰਟ ਇੱਧਰ ਖੜਾ ਹੋ ਰਿਹਾ, ਇੱਕ ਫਰੰਟ ਇੱਧਰ ਖੜਾ ਹੋ ਰਿਹਾ। ਇਹਨਾਂ ਚੋਂ ਇਹ ਜਿਹੜੀਆਂ ਰੋਜ਼ ਜੰਮ ਰਹੀਆਂ ਪਾਰਟੀਆਂ ਤੇ ਫਰੰਟ ਨੇ, ਇਹਨਾਂ ਚੋਂ ਤੁਹਾਨੂੰ 2022 ਦੀਆਂ ਚੋਣਾਂ ਤੋਂ ਬਾਅਦ ਇੱਕ ਵੀ ਨਹੀਂ ਲੱਭਣਾ। ਤੁਹਾਡੇ ਨਾਲ ਕਿਸੇ ਨੇ ਖੜਾ ਨਹੀਂ ਹੋਣਾ 2022 ਦੀਆਂ ਚੋਣਾਂ ਤੋਂ ਬਾਅਦ, ਕਿਉਂਕਿ ਇਹਨਾਂ ਨੂੰ ਮਿਲਣਾ ਕੱਖ ਨਹੀਂ। ਇਹ ਤਾਂ ਇੱਕ ਆਸ ਦੇ ਵਿੱਚ ਨੇ ਕਿ ਹੋ ਸਕਦਾ ਕਿ ਇਹੋ ਜਿਹਾ ਕੁਝ ਹੋ ਜਾਏ ਜਿਹੋ ਜਿਹਾ 1999 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਰਤਾ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪਾਰਟੀ ਦੇ ਵਾਸਤੇ। ਚੁਫੇਰੇ ਤੋਂ ਉਹਨਾਂ ਦੇ ਉੱਤੇ ਸੀਟਾਂ ਡਿੱਗ ਪਈਆਂ ਸੀ। ਇੱਦਾਂ ਦਾ ਕੁਝ ਨਹੀਂ ਹੋਣ ਵਾਲਾ ਪੰਜਾਬ ਦੇ ਵਿੱਚ, ਹੋਣ ਵਾਲਾ ਨਹੀਂ। ਇਸ ਕਰਕੇ 2022 ਤੋਂ ਬਾਅਦ ਇਹ ਲੋਕ ਲੱਭਣੇ ਨੇ। ਥੋੜਾ ਜਿਹਾ ਦੂਰ ਜਾ ਕੇ ਸੋਚਣ ਦੀ ਜ਼ਰੂਰਤ ਹੈ ਕਿ ਇੱਕ ਅਗਲੇ ਦਹਾਕੇ ਦੇ ਦੌਰਾਨ ਪੰਜਾਬ ਦੀ ਸਿਚੁਏਸ਼ਨ ਕਿਹੋ ਜਿਹੀ ਹੋਊਗੀ।
ਜੇ ਅੱਜ ਉਹਦੇ ਉੱਤੇ ਨਾ ਸੋਚਿਆ ਤੇ ਯਕੀਨ ਕਰਨਾ ਫਿਰ ਆਪਾਂ ਸੋਚਣ ਜੋਗੇ ਵੀ ਨਹੀਂ ਰਹਾਂਗੇ। ਇੱਕ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਬਟਨ ਪ੍ਰੈਸ ਕਰ ਦੇਣਾ, ਆਪਣੀ ਕਮੈਂਟ ਕਰਕੇ ਦੱਸਣਾ ਤੇ ਅੱਗੋਂ ਸ਼ੇਅਰ ਕਰ ਦੇਣਾ, ਤਾਂ ਕਿ ਇਹ ਸੰਵਾਦ ਆਪਾਂ ਘੱਟੋ ਘੱਟ 22 ਦੀਆਂ ਚੋਣਾਂ ਦੇ ਦੌਰਾਨ ਵੀ ਇਸੇ ਤਰੀਕੇ ਦੇ ਨਾਲ ਜਾਰੀ ਰੱਖ ਸਕੀਏ। ਤਹਿ ਦਿਲੋਂ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ।